ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ ਗੌੜੀ 52 ਅੱਖਰੀ ਮਹੱਲੇ 5ਵੇਂ ਦੇ 39ਵੇਂ ਸਲੋਕ ਅਤੇ 39ਵੀਂ ਪੌੜੀ ਦੀ ਵਾਰੀ ਹੈ ਜੀ। ਗੌੜੀ 52 ਅੱਖਰੀ ਮਹੱਲਾ 5ਵਾਂ ਸਲੋਕ। ਬਿਨੋ ਸੁਨੋ ਤੁਮ ਪਾਰ ਬ੍ਰਹਮ दीन दयाल गोपाल सुख संपे बोर भोग रस नानक सादर वाल पौड़ी। बिनो सुनो तुम पार ब्रह्म दीन दयाल गोपाल सुख संपे बो भोग रस नानक सादर वाल पौड़ी। बब्बा ब्रह्म जानत ते ब्रह्मा बेसनो ते गुरमुख सुच धर्मा। बीरा आपन बुरा मिटावे ताहू बुरा निकट नहीं आवे। बांध्यो आपन हों बंदा दोष देत आगे क्यों अंधा। बात चीत सब रही सियाणप जिसे जनावे सो जाने नानक। बात चीत सब रही सियाणप जिसे जनावे सो जाने नानक। इस शब्द ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਹੇ ਪਾਰ ਬ੍ਰਹਮ ਦੀਨ ਦਿਆਲ, ਹੇ ਗੋਪਾਲ ਪਰਮੇਸ਼ਰ, ਮੇਰੀ ਤੁਸੀਂ ਬਿਨੋ ਭਾਵ ਬੇਨਤੀ ਮੇਰੀ ਅਰਦਾਸ ਸੁਣੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੈਨੂੰ ਸਾਧੂ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਦੀ ਚਰਨ ਧੂੜ ਬਖਸ਼ੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਮੇਰੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਵਿੱਚ ਚਰਨਾਂ ਦੀ ਧੂੜ ਵਿੱਚ ਮੇਰੇ ਲਈ ਸੁੱਖ ਦੀ ਸੰਪਦਾ ਭਾਵ ਅਸਲੀ ਧਨ ਅਤੇ ਸਾਰੇ ਰਸਾਂ ਦੀ ਭਾਵ ਅਸਲੀ ਰਸਾਂ ਦੀ ਭੋਗ ਸਮੱਗਰੀ ਹੈ ਜੀ। ਸੁਖ ਸੰਪੇ ਭਾਵ ਅਸਲੀ ਸੁੱਖ, ਸੱਚਾ ਸੁੱਖ ਅਤੇ ਬਹੁਤ ਸਾਰੇ ਰਸਾਂ ਦੀ ਭੋਗ ਸਮੱਗਰੀ ਹੀ ਆ ਜਾਂਦੀ ਹੈ ਜੀ ਜਦੋਂ ਗੁਰਸ਼ਬਦ ਗੁਰਬਾਣੀ ਨਾਮ ਨਾਲ ਮਨ, ਦਿਲ, ਤਨ ਮਨ ਜੁੜਦਾ ਹੈ ਜੀ ਅਤੇ ਆਪਣੇ ਮੂਲ ਨੂੰ ਪਹਿਚਾਨੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਬੱਬੇ ਅੱਖਰ ਅਨੁਸਾਰ ਬ੍ਰਾਹਮਣ ਉਹ ਹੈ ਜੀ ਜੋ ਬ੍ਰਹਮ ਨੂੰ ਪਛਾਣੇ ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਬ੍ਰਹਮ ਰੂਪ ਪਾਰ ਬ੍ਰਹਮ ਪਰਮੇਸ਼ਰ ਨੂੰ ਪਛਾਣੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਵੈਸ਼ਨਵ ਉਹ ਹਨ ਜੀ ਜੋ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਵਿੱਤਰ ਸੱਚੇ ਧਰਮ ਦੇ ਧਾਰਨੀ ਹੋਣ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੂਰਵੀਰ ਉਹੀ ਗੁਰਮੁਖ ਹਨ ਜੀ ਜੋ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰ ਕੇ ਆਪਣੇ ਅੰਦਰੋਂ ਮਾਇਆਵੀ ਵਿਕਾਰ ਅਤੇ ਦੂਜਿਆਂ ਲਈ ਬੁਰਾ ਸੋਚਣਾ ਮਿਟਾ ਦੇਣ ਜੀ। ਫਿਰ ਗੁਰੂ ਜੀ ਕਹਿੰਦੇ ਹਨ ਦੂਜਿਆਂ ਵੱਲੋਂ ਚਿਤਵੀ ਬੁਰਾਈ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਧਾਰਦੇ ਹਨ ਜੀ ਉਸ ਦਾ ਧਾਰਨ ਗੁਰਸ਼ਬਦ ਗੁਰਬਾਣੀ ਨਾਮ ਨਾਲ ਦੀ ਇੰਨੀ ਤਾਕਤ ਹੈ ਜੀ ਕਿ ਅਗਰ ਦੂਸਰੇ ਤੁਹਾਡੇ ਬਾਰੇ ਚਤੁਰਾਈ ਚਿਤਵਦੇ ਹਨ ਜੀ ਉਹ ਗੁਰਮੁਖੋ ਤੁਹਾਡੇ ਨੇੜੇ ਨਹੀਂ ਆਏਗੀ ਜੀ। ਕਿਉਂ? ਕਿਉਂਕਿ ਗੁਰਸ਼ਬਦ ਗੁਰਬਾਣੀ ਨਾਮ ਤੁਹਾਡੇ ਅੰਦਰ ਵਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹਰ ਇੱਕ ਜੀਵ ਆਪਣੀ ਆਪਣੀ ਹਉਮੈ ਵਿੱਚ ਹੀ ਬੰਨਿਆ ਫਿਰਦਾ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਪਰ ਉਹ ਗਿਆਨਹੀਨ ਅੰਧੇ ਹੋਰਨਾਂ ਨੂੰ ਹੀ ਦੋਸ਼ ਦਿੰਦੇ ਰਹਿੰਦੇ ਹਨ ਜੀ। ਗਿਆਨਹੀਨ ਅੰਧੇ ਭਾਵ ਹਉਮੈ ਵਿੱਚ ਹੀ ਦੂਸਰਿਆਂ ਨੂੰ ਹੀ ਕਸੂਰਵਾਰ ਠਹਿਰਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਬਾਹਰ ਦੀਆਂ ਨਕਲੀ ਸਿਆਣਪਾਂ ਅਤੇ ਗਿਆਨ, ਫੋਕੀ ਗੱਲਬਾਤ ਦੀ ਪਾਰ ਬ੍ਰਹਮ ਪਰਮੇਸ਼ਰ ਦੇ ਦਰ 'ਤੇ ਕੋਈ ਪੇਸ਼ ਨਹੀਂ ਜਾਂਦੀ ਜੀ। ਉੱਥੇ ਇਹ ਕਬੂਲ ਨਹੀਂ ਹੈ ਜੀ। ਪਰਮੇਸ਼ਰ ਦੇ ਦਰ 'ਤੇ ਤਾਂ ਕਬੂਲ ਹੈ, ਤੇ ਗੁਰਸ਼ਬਦ ਗੁਰਬਾਣੀ ਸੱਚ ਨਾਮ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਗੁਰਮੁਖਾਂ ਨੇ, ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਧਾਰਦੇ ਹਨ ਜੀ, ਪਰਮੇਸ਼ਰ ਆਪ ਹੀ ਉਹਨਾਂ ਨੂੰ ਫਿਰ ਉਹਨਾਂ 'ਤੇ ਮਿਹਰ ਕਰਦਾ ਹੈ ਜੀ, ਭਾਵ ਜਣਾਉਂਦਾ ਹੈ ਜੀ। ਭਾਵ ਉਹ ਪਰਮੇਸ਼ਰ ਫਿਰ ਉਹਨਾਂ 'ਤੇ ਮਿਹਰ ਕਰਦਾ ਹੈ ਅਤੇ ਪਰਮੇਸ਼ਰ ਆਪ ਹੀ ਜਾਣਦਾ ਹੈ ਜੀ। ਜਿਸ 'ਤੇ ਪਾਰ ਬ੍ਰਹਮ ਦੀ ਮਿਹਰ ਹੋਵੇ ਜੀ, ਉਹ ਹੀ ਪਰਮੇਸ਼ਰ ਹੀ ਜਾਣਨ ਜਣਾਉਣ ਵਾਲਾ ਹੈ ਜੀ। ਉਹ ਹੀ ਮਿਹਰ ਕਰੇ ਤੇ ਇਹ ਸੰਭਵ ਹੈ ਜੀ ਕਿ ਸਾਡਾ ਮਨ, ਤਨ, ਧਨ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜੇ ਜੀ ਅਤੇ ਅਸੀਂ ਆਪਣੇ ਮੂਲ ਨੂੰ ਪਹਿਚਾਣ ਸਕੀਏ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਸਾਰੇ ਸੱਚੇ ਸੁੱਖ, ਸੰਪਦਾ ਅਤੇ ਭੋਗ ਰਸ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਚਰਨ ਧੂੜੀ ਵਿੱਚ ਹੀ ਹਾਂਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਾਰੇ ਯੁਗਾਂ ਦੀ ਵਿਧੀ ਜਾਣਨ ਵਾਲੇ ਸੱਚਾ ਬ੍ਰਾਹਮਣ ਉਹ ਹੈ ਜੀ, ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਗੁਰੂ ਰੂਪ ਪਾਰ ਬ੍ਰਹਮ ਪਰਮੇਸ਼ਰ ਬ੍ਰਹਮ ਨੂੰ ਜਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਵੈਸ਼ਨੂੰ ਗੁਰਮੁਖ ਉਹ ਹਨ ਜੀ, ਜੋ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਧਾਰਨ ਜੀ, ਉਸ ਨਾਲ ਲੱਗਣ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰੂਆਂ ਦੀ ਦੱਸੀ ਹੋਈ ਸਾਡੀ ਗੁਰਬਾਣੀ ਦੇ, ਗੁਰਸ਼ਬਦ ਗੁਰਬਾਣੀ ਨਾਮ ਦੇ ਪਵਿੱਤਰਤਾ ਨੂੰ ਕਾਇਮ ਰੱਖੋ ਜੀ, ਅਤੇ ਤਾਂ ਹੀ ਤੁਸੀਂ ਸੂਰਮੇ ਹੋ ਜੀ। ਉਹ ਕਿਸ ਤਰ੍ਹਾਂ ਜੀ? ਗੁਰੂਆਂ ਦੀ ਦੱਸੀ ਹੋਈ ਗੁਰਬਾਣੀ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਅੰਦਰੋਂ ਹਉਮੈ ਤੇ ਹੋਰ ਸਾਰੀਆਂ ਨੂੰ ਬੁਰਾਈਆਂ ਨੂੰ ਮਿਟਾ ਦੇਵੋ ਜੀ। ਇਸ ਤਰ੍ਹਾਂ ਤੁਸੀਂ ਵੱਡੇ ਸੂਰਮੇ ਹੋ ਜੀ, ਬਹਾਦਰ ਹੋ ਜੀ। ਭਾਵ ਤੁਸੀਂ ਜੇ ਆਪਣੇ ਮਾਇਆਵੀ ਵਿਕਾਰ, ਹਉਮੈ, ਬੁਰਾਈਆਂ ਅੰਦਰੋਂ ਗੁਰਸ਼ਬਦ ਦੁਆਰਾ ਮਿਟਾ ਦਿਓ ਤੇ ਗੁਰਮੁਖੋ, ਇਹ ਬੜੀ ਬਹਾਦਰ ਸੂਰਮਿਆਂ ਵਾਲੀ ਗੱਲ ਹੈ ਜੀ। ਫਿਰ ਗੁਰੂ ਜੀ ਦੱਸਦੇ ਹਨ, ਸੋ ਸਿਧਾਂਤ ਇਹ ਹੈ ਜੀ ਕਿ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਆਪਣੇ ਮੂਲ ਨੂੰ ਪਛਾਣੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਆਪਣੇ ਮੂਲ ਨੂੰ ਪਛਾਣ ਕੇ ਪਰਮੇਸ਼ਰ ਅੱਗੇ ਅਰਦਾਸ ਕਰੋ ਜੀ ਕਿ ਪਰਮੇਸ਼ਰ ਸਾਡੇ 'ਤੇ ਦਿਆਲ ਹੋ ਕੇ ਸਾਡੇ ਕਹਿੰਦੇ ਨਾ, ਇਸ ਸ਼ਬਦ 'ਚ ਕਹਿੰਦੇ ਨੇ, ਜਿਸੇ ਜਨਾਵੇ ਸੋ ਜਾਣੇ। ਪਰਮੇਸ਼ਰ ਫਿਰ ਉਹੀ ਜਾਣਨ ਜਣਾਉਣ ਵਾਲਾ ਹੈ ਜੀ, ਕਿ ਉਹੀ ਮਿਹਰ ਕਿਰਪਾ ਕਰੇ ਤੇ ਤਾਂ ਹੀ ਗੱਲ ਬਣਨੀ ਹੈ ਜੀ। ਅਗਰ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਾਂਗੇ ਜੀ, ਆਪਣੇ ਮੂਲ ਨੂੰ ਪਛਾਣਾਂਗੇ ਜੀ, ਫਿਰ ਪਰਮੇਸ਼ਰ ਦੀ ਮਿਹਰ ਹੋਵੇ
ਤਾਂ ਪਰਮੇਸ਼ਰ ਨਾਲ ਲਿਵ ਲੱਗ ਜਾਂਦੀ ਹੈ ਜੀ। ਅਸੀਂ ਫਿਰ ਪਰਮੇਸ਼ਰ ਦਾ ਹੀ ਇੱਕ ਅੰਸ਼ ਹੋ ਜਾਂਦੇ ਹਾਂ ਜੀ। ਪਰ ਉਹ ਜਾਣਨ ਜਣਾਉਣ ਵਾਲਾ ਕੇਵਲ ਅਤੇ ਕੇਵਲ ਇੱਕ ਪਾਰ ਬ੍ਰਹਮ ਪਰਮੇਸ਼ਰ ਹੈ ਜੀ। ਜਿਸ ਤਰ੍ਹਾਂ ਫਿਰ ਗੁਰੂ ਜੀ ਕਹਿੰਦੇ ਹਨ ਕਿ ਹੋਰ ਝੂਠੀਆਂ ਗੱਲਾਂ ਤੇ ਚਤੁਰਾਈਆਂ ਕਿਸੇ ਕੰਮ ਨਹੀਂ ਆਉਣੀਆਂ ਜੀ। ਕੰਮ ਆਉਣਾ ਹੈ ਤੇ ਕੇਵਲ ਸੱਚਾ ਗੁਰਸ਼ਬਦ ਗੁਰਬਾਣੀ ਨਾਮ। ਜਿਸ ਤਰ੍ਹਾਂ ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਦੱਸਦੇ ਹਨ, ਬਾਤ ਅਚੀਤ ਸਭ ਰਹੀ ਸਿਆਣਪ, ਜਿਸੇ ਜਨਾਵੇ ਸੋ ਜਾਣੇ ਨਾਨਕ। ਬਾਤ ਚੀਤ ਸਭ ਰਹੀ ਸਿਆਣਪ, ਜਿਸੇ ਜਨਾਵੇ ਸੋ ਜਾਣੇ ਨਾਨਕ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।